ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਇੱਕ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਸਿਆਲਕੋਟ ਨਗਰ ਦੇ ਵਿੱਚ ਪਹੁੰਚੇ। ਨਗਰ ਦੇ ਨਜ਼ਦੀਕ ਇੱਕ ਬੇਰੀ ਦਾ ਰੁੱਖ ਸੀ। ਉਸ ਦੀ ਛਾਂ ਬਹੁਤ ਸੰਘਣੀ ਸੀ। ਉਸ ਦੇ ਹੇਠਾਂ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਤੇ ਗੁਰੂ ਜੀ ਕੀਰਤਨ ਕੰਨ ਦੇ ਵਿੱਚ ਵਿਅਸਤ ਹੋ ਗਏ। ਫਿਰ ਗੁਰੂ ਜੀ ਨੇ ਦੇਖਿਆ ਕਿ ਸਾਰੇ ਲੋਕ ਆਪਣੇ ਘਰ ਦੇ ਸਮਾਨ ਸਹਿਤ ਨਗਰ ਨੂੰ ਛੱਡ ਕੇ ਬਾਹਰ ਜਾ ਰਹੇ ਹਨ। ਪੁੱਛਣ ਉੱਤੇ ਪਤਾ ਚੱਲਿਆ ਕਿ ਇੱਕ ਪੀਰ ਜਿਸ ਦਾ ਨਾਮ ਹਮਜ਼ਾ ਗੋਸ਼ ਹੈ, ਉਹ ਇਸ ਨਗਰ ਨੂੰ ਤਬਾਹ ਕਰਨੇ ਦੇ ਲਈ 40 ਦਿਨਾਂ ਦੇ ਚਿਲੇ ਤੇ ਉਪਹਾਸ ਕਰਦੇ ਹੋਏ ਤਪੱਸਿਆ ਕਰ ਰਿਹਾ ਹੈ, ਜਿਸ ਦਾ ਸਮਾਂ ਕੱਲ ਦੁਪਹਿਰ ਨੂੰ ਪੂਰਾ ਹੋਣ ਜਾ ਰਿਹਾ ਹੈ। ਉਹ ਸਾਹਮਣੇ ਜੋ ਮਸਜਿਦ ਨੁਮਾ ਗੁੰਬਦ ਹੈ, ਉਸ ਦਾ ਆਸ਼ਰਮ ਵੀ ਉਹਦੇ ਉੱਤੇ ਹੀ ਹੈ। ਜਦੋਂ ਗੁਰੂ ਜੀ ਨੇ ਨਗਰ ਦੇ ਵਿਨਾਸ਼ ਦੀ ਗੱਲ ਸੁਣੀ ਤਾਂ ਉਹ ਵੀ ਇੱਕ ਫਕੀਰ ਦੇ ਦੁਆਰਾ ਤਾਂ ਗੁਰੂ ਜੀ ਗੰਭੀਰ ਹੋ ਗਏ। ਉਦੋਂ ਕੁਝ ਮੁਕਾਮੀ ਕੁਲੀਨ ਪੁਰਸ਼ਾਂ ਨੇ ਤੁਹਾਡੇ ਕੋਲ ਆ ਕੇ ਪ੍ਰਾਰਥਨਾ ਕੀਤੀ ਕਿ ਤੁਸੀਂ ਵੀ ਪ੍ਰਭੂ ਵਿੱਚ ਅਭੇਦ ਮਹਾਪੁਰਖ ਦਿਖਾਈ ਦਿੰਦੇ ਹੋ। ਤੁਸੀਂ ਇਸ ਵਿਸ਼ੇ ਵਿੱਚ ਸਮਾਂ ਰਹਿੰਦੇ ਕੁਛ ਕਰੋ, ਜਿਸ ਦੇ ਨਾਲ ਇਸ ਵਿਪਤਾ ਦੇ ਵਿੱਚੋਂ ਛੁਟਕਾਰਾ ਮਿਲ ਸਕੇ ਅਤੇ ਸਾਰਿਆਂ ਦਾ ਕਲਿਆਣ ਹੋ ਸਕੇ। ਫਿਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਪੀਰ ਹਮਜ਼ਾ ਗੋਸ਼ ਦੇ ਆਸ਼ਰਮ ਦੇ ਵਿੱਚ ਸੁਨੇਹਾ ਦੇ ਕੇ ਭੇਜਿਆ ਕਿ ਗੁਰੂ ਜੀ ਉਸ ਫਕੀਰ ਨੂੰ ਮਿਲਣਾ ਚਾਹੁੰਦੇ ਹਨ। ਫਿਰ ਭਾਈ ਮਰਦਾਨਾ ਜੀ ਉੱਥੇ ਪਹੁੰਚੇ। ਉਸ ਦੇ ਮੁਰੀਦਾਂ ਨੇ ਕਿਹਾ ਕਿ ਪੀਰ ਜੀ ਦੇ ਕੜੇ ਆਦੇਸ਼ ਹਨ ਕਿ ਚਿਲਾ ਖਤਮ ਹੋਣ ਤੋਂ ਪਹਿਲਾਂ ਉਹਨਾਂ ਦੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਜਾਵੇ, ਕਿਉਂਕਿ ਅਜਿਹੇ ਵਿੱਚ ਚਿਲੇ ਦੇ ਵਿੱਚ ਅੜਚਨ ਪੈ ਸਕਦੀ ਹੈ। ਫਿਰ ਭਾਈ ਮਰਦਾਨਾ ਜੀ ਉੱਥੋਂ ਵਾਪਸ ਆ ਗਏ। ਗੁਰੂ ਜੀ ਨੇ ਇੱਕ ਵਾਰ ਫਿਰ ਆਪਣਾ ਸੁਨੇਹਾ ਭੇਜਿਆ ਕਿ ਉਹਨਾਂ ਦੇ ਫਕੀਰ ਸਾਈਂ ਨੂੰ ਮਿਲਣਾ ਅਤੀ ਜ਼ਰੂਰੀ ਹੈ ਅਤੇ ਸਮਾਂ ਰਹਿੰਦੇ ਉਹ ਇੱਕ ਵਾਰ ਮਿਲਣ ਦੀ ਜ਼ਰੂਰ ਵਿਵਸਥਾ ਕਰਨ। ਲੇਕਿਨ ਇਸ ਵਾਰ ਵੀ ਉਸ ਦੇ ਮੁਰੀਦਾਂ ਨੇ ਭਾਈ ਮਰਦਾਨੇ ਜੀ ਨੂੰ ਵਾਪਸ ਨਿਰਾਸ਼ ਹੀ ਭੇਜਿਆ। ਉਹ ਕਹਿਣ ਲੱਗੇ ਉਹਨਾਂ ਨੂੰ ਤਾਂ ਆਪਣੇ ਪੀਰ ਜੀ ਦੇ ਆਦੇਸ਼ ਦੇ ਉੱਤੇ ਪਹਿਰਾ ਦੇਣਾ ਹੈ ਅਤੇ ਉਹ ਇਹ ਸੁਨੇਹਾ ਕਿਸੇ ਪ੍ਰਕਾਰ ਵੀ ਉਹਨਾਂ ਦੇ ਤੱਕ ਨਹੀਂ ਪਹੁੰਚਾ ਸਕਦੇ। ਗੁਰੂ ਜੀ ਨੇ ਤੀਜੀ ਵਾਰ ਫਿਰ ਭਾਈ ਮਰਦਾਨੇ ਜੀ ਦੇ ਹੱਥ ਸੁਨੇਹਾ ਭੇਜਿਆ ਕਿ ਉਹਨਾਂ ਦਾ ਸੁਨੇਹਾ ਪੀਰ ਜੀ ਤੱਕ ਜ਼ਰੂਰ ਪਹੁੰਚਾ ਦਿਓ, ਨਹੀਂ ਤਾਂ ਉਸ ਦੇ ਚਿਲੇ ਦੇ ਵਿੱਚ ਅੱਲਾ ਦੇ ਵੱਲੋਂ ਅੜਚਣ ਪੈਦਾ ਹੋਵੇਗੀ, ਕਿਉਂਕਿ ਅੱਲਾ ਆਪਣੀ ਖਲਕਤ ਨੂੰ ਬਰਬਾਦੀ ਵੱਲੋਂ ਬਚਾਉਣ ਦਾ ਕੋਈ ਉਪਾਅ ਜ਼ਰੂਰ ਕਰੇਗਾ। ਲੇਕਿਨ ਪੀਰ ਦੇ ਮੁਰੀਦਾਂ ਨੇ ਸੁਨੇਹੇ ਨੂੰ ਸੁਣ ਕੇ ਉਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਭਾਈ ਮਰਦਾਨਾ ਜੀ ਫਿਰ ਵਾਪਸ ਆ ਗਏ। ਫਿਰ ਦੂਜੇ ਦਿਨ ਠੀਕ ਦੁਪਹਿਰ ਨੂੰ ਉਸ ਦੇ ਕਮਰੇ ਦਾ ਗੁੰਬਦ ਇੱਕ ਤੂਫਾਨ ਦੇ ਵੰਗ ਵੱਲੋਂ ਧਮਾਕੇ ਦੇ ਨਾਲ ਟੁੱਟ ਕੇ ਹੇਠਾਂ ਜਾ ਡਿੱਗਿਆ, ਜਿਸ ਦੇ ਨਾਲ ਕਮਰੇ ਦੇ ਵਿੱਚ ਸੂਰਜ ਦੇ ਤੇਜ ਪ੍ਰਕਾਸ਼ ਨਾਲ ਪੀਰ ਜੀ ਦੀ ਇਬਾਦਤ ਦੇ ਵਿੱਚ ਖਲਕ ਪੈ ਗਈ। ਜਿਸ ਪ੍ਰਕਾਰ ਉਸ ਦਾ ਚਿਲਾ ਸੰਪੂਰਨ ਹੋਣ ਤੋਂ ਪਹਿਲਾਂ ਹੀ ਅੜਚਣ ਪੈਦਾ ਹੋਣ ਦੇ ਕਾਰਨ ਖਤਮ ਹੋ ਗਿਆ। ਪੀਰ ਹਮਜ਼ਾ ਗੋਸ਼ ਭੈਭੀਤ ਹੋ ਕੇ ਇਬਾਦਤਗਾਹ ਦੇ ਵਿੱਚੋਂ ਬਾਹਰ ਆਇਆ ਅਤੇ ਆਪਣੇ ਮੁਰੀਦਾਂ ਨੂੰ ਪੁੱਛਣ ਲੱਗਾ ਕਿ ਇਹ ਕੀ ਹੋਇਆ ਹੈ ਅਤੇ ਕਿਵੇਂ ਹੋਇਆ ਹੈ। ਇਸ ਉੱਤੇ ਮੁਰੀਦਾਂ ਨੇ ਗੁਰੂ ਜੀ ਦੇ ਸੰਦੇਸ਼ਾਂ ਦੇ ਬਾਰੇ ਦੱਸਿਆ ਕਿ ਉਹ ਗੁਰੂ ਜੀ ਤੁਹਾਨੂੰ ਚਿਲਾ ਸੰਪੂਰਨ ਹੋਣ ਤੋਂ ਪਹਿਲਾਂ ਮਿਲਣਾ ਚਾਹੁੰਦੇ ਸਨ, ਜਿਸ ਦੇ ਨਾਲ ਨਗਰ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ।
ਜਦੋਂ ਪੀਰ ਨੇ ਗੁਰੂ ਜੀ ਦੇ ਬਾਰੇ ਇਹ ਜਾਣਕਾਰੀ ਪ੍ਰਾਪਤ ਕੀਤੀ ਅਤੇ ਫਿਰ ਪੁੱਛਿਆ ਉਹ ਇਸ ਸਮੇਂ ਕਿੱਥੇ ਹਨ, ਫਿਰ ਉਸ ਦੇ ਮੁਰੀਦਾਂ ਨੇ ਦੱਸਿਆ ਕਿ ਉਹ ਸਾਹਮਣੇ ਬੇਰੀ ਦੇ ਰੁੱਖ ਹੇਠਾਂ ਬੈਠੇ ਹਨ ਅਤੇ ਜਨਤਾ ਦੇ ਵਿੱਚ ਗਾਣਾ ਵਜਾਉਣਾ ਕਰਦੇ ਰਹਿੰਦੇ ਹਨ। ਫਿਰ ਪੀਰ ਆਪਣੀ ਪਾਲਕੀ ਦੇ ਉੱਤੇ ਸਵਾਰ ਹੋ ਕੇ ਗੁਰੂ ਜੀ ਦੇ ਕੋਲ ਪਹੁੰਚਿਆ। ਉਸ ਤੋਂ ਬਾਅਦ ਬੈਠ ਕੇ ਪੁੱਛਣ ਲੱਗਾ ਕਿ ਤੁਸੀਂ ਮੈਨੂੰ ਸੁਨੇਹਾ ਭੇਜਿਆ ਸੀ, ਮੈਂ ਹਾਜ਼ਰ ਹੋ ਗਿਆ ਹਾਂ। ਫਿਰ ਗੁਰੂ ਜੀ ਨੇ ਉਸ ਨੂੰ ਪ੍ਰਸ਼ਨ ਕੀਤਾ ਕਿ ਪ੍ਰਭੂ ਦੇ ਬਣਾਏ ਹੋਏ ਲੋਕਾਂ ਨੂੰ ਸੁੱਖ ਦੇਣਾ ਪੀਰਾਂ ਫਕੀਰਾਂ ਦਾ ਕੰਮ ਹੈ ਜਾਂ ਦੁੱਖ ਦੇ ਕੇ ਉਹਨਾਂ ਨੂੰ ਬਰਬਾਦ ਕਰਨਾ। ਫਿਰ ਇਸ ਦਾ ਜਵਾਬ ਪੀਰ ਨੂੰ ਨਹੀਂ ਆਇਆ। ਫਿਰ ਉਹ ਕਹਿਣ ਲੱਗਾ, ਇਹ ਸਾਰਾ ਨਗਰ ਨਾ ਸ਼ੁਕਰਿਆਂ ਦਾ ਹੈ, ਇਸ ਲਈ ਇਸ ਨੂੰ ਬਰਬਾਦ ਹੀ ਹੋਣਾ ਚਾਹੀਦਾ ਹੈ। ਇਸ ਉੱਤੇ ਗੁਰੂ ਜੀ ਨੇ ਕਿਹਾ, ਤੁਹਾਨੂੰ ਕਿਵੇਂ ਪਤਾ ਹੋਇਆ ਕਿ ਇੱਥੇ ਅੱਲਾ ਦਾ ਖੌਫ ਰੱਖਣ ਵਾਲਾ ਕੋਈ ਨਹੀਂ ਹੈ? ਇਸ ਉੱਤੇ ਪੀਰ ਜੀ ਕਹਿਣ ਲੱਗੇ, ਇਹ ਸਾਰੇ ਦੇ ਸਾਰੇ ਇੰਜ ਹੀ ਹਨ। ਜੇਕਰ ਭਰੋਸਾ ਨਹੀਂ ਤਾਂ ਇਸ ਨਗਰ ਦਾ ਸਰਵੇਖਣ ਕਰਵਾ ਕੇ ਦੇਖ ਲਵੋ। ਫਿਰ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਇੱਕ ਜੁਗਤੀ ਦੇ ਦੁਆਰਾ ਜਾਂਚ ਕਰਨੇ ਦੇ ਲਈ ਭੇਜਿਆ ਅਤੇ ਕਿਹਾ ਕਿ ਬਾਜ਼ਾਰ ਦੇ ਵਿੱਚੋਂ 1 ਪੈਸੇ ਦਾ ਸੱਚ ਅਤੇ 1 ਪੈਸੇ ਦਾ ਝੂਠ ਖਰੀਦ ਕੇ ਲਿਆਓ। ਜਦੋਂ ਭਾਈ ਮਰਦਾਨਾ ਜੀ ਬਾਜ਼ਾਰ ਨੂੰ ਚਲੇ ਗਏ, ਫਿਰ ਪੀਰ ਜੀ ਕਹਿਣ ਲੱਗੇ, ਗੱਲ ਦਰਅਸਲ ਇਹ ਹੋਈ ਸੀ, ਇੱਥੇ ਦਾ ਇੱਕ ਵਪਾਰੀ ਮੇਰੇ ਕੋਲ ਪੁੱਤ ਦੀ ਪ੍ਰਾਪਤੀ ਦੀ ਕਾਮਨਾ ਲੈ ਕੇ ਆਉਂਦਾ ਸੀ। ਮੈਂ ਉਸ ਵੱਲੋਂ ਇੱਕ ਵਚਨ ਲਿਆ ਸੀ ਕਿ ਉਸ ਦੇ ਘਰ 2 ਪੁੱਤਰ ਹੋਣਗੇ, ਉਹਨਾਂ ਦੇ ਵਿੱਚੋਂ ਇੱਕ ਪੁੱਤਰ ਮੈਨੂੰ ਭੇਟ ਦੇ ਵਿੱਚ ਦੇਣਾ ਹੋਵੇਗਾ। ਉਸ ਸਮੇਂ ਉਹ ਖੁਸ਼ੀ ਦੇ ਨਾਲ ਮੰਨ ਕੇ ਪੁੱਤ ਪ੍ਰਾਪਤੀ ਦਾ ਵਰਦਾਨ ਲੈ ਕੇ ਗਿਆ ਸੀ। ਪਰ ਜਦੋਂ ਉਸ ਦੇ ਘਰ 2 ਸੰਤਾਨਾਂ ਹੋ ਗਈਆਂ ਤਾਂ ਉਸਨੇ ਮੈਨੂੰ ਇੱਕ ਵੀ ਪੁੱਤਰ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਇੱਥੇ ਸਾਰੇ ਸਭ ਬੇਈਮਾਨ ਹੀ ਰਹਿੰਦੇ ਹਨ। ਇਸ ਉੱਤੇ ਗੁਰੂ ਜੀ ਨੇ ਕਿਹਾ ਕਿ ਇਹ ਸਭ ਠੀਕ ਹੈ, ਤੁਸੀਂ ਇਸ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵਾਅਦਾ ਖਿਲਾਫੀ ਕਿਉਂ ਹੋਈ ਹੈ? ਫਿਰ ਪੀਰ ਕਹਿਣ ਲੱਗਿਆ, ਇਹਨਾਂ ਗੱਲਾਂ ਤੋਂ ਸਾਨੂੰ ਕੋਈ ਸਰੋਕਾਰ ਨਹੀਂ ਹੈ। ਫਿਰ ਗੁਰੂ ਜੀ ਨੇ ਕਿਹਾ, ਤੁਸੀਂ ਵਾਸਤਵ ਵਿੱਚ ਇੱਕ ਮਾਂ ਦੀ ਮਮਤਾ ਨੂੰ ਨਹੀਂ ਜਾਣਦੇ। ਉਹ ਚਾਹੁੰਦੀ ਹੋ ਕੇ ਵੀ ਆਪਣੇ ਬੱਚੇ ਨੂੰ ਕਿਸੇ ਵੀ ਕੀਮਤ ਦੇ ਉੱਤੇ ਆਪਣੇ ਵੱਲੋਂ ਵੱਖ ਨਹੀਂ ਕਰ ਸਕਦੀ। ਇੱਥੇ ਮਮਤਾ ਦੀ ਮਜਬੂਰੀ ਰਹੀ ਹੈ, ਜਦੋਂ ਕਿ ਤੁਹਾਨੂੰ ਨਿਸਵਾਰਥ ਆਪਣੇ ਭਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਫਿਰ ਪੀਰ ਨੂੰ ਆਪਣੀਆਂ ਭੁੱਲਾਂ ਦਾ ਅਹਿਸਾਸ ਹੋ ਗਿਆ। ਦੂਜੇ ਪਾਸੇ ਭਾਈ ਮਰਦਾਨਾ ਜੀ ਨਗਰ ਦੇ ਹਰ ਇੱਕ ਦੁਕਾਨਦਾਰ ਨੂੰ 1 ਪੈਸੇ ਦਾ ਸੱਚ ਅਤੇ 1 ਪੈਸੇ ਦਾ ਝੂਠ ਖਰੀਦਣ ਦੇ ਲਈ ਪੁੱਛ-ਗਿੱਛ ਕਰਦੇ ਰਹੇ, ਪਰ ਨਗਰ ਦੇ ਵਿੱਚ ਕਿਸੇ ਨੇ ਵੀ ਉਹ ਸੌਦਾ ਨਹੀਂ ਖਰੀਦਿਆ ਸੀ ਤੇ ਨਾ ਹੀ ਵੇਚਿਆ ਸੀ ਅਤੇ ਉਹ ਸਭ ਹੈਰਾਨੀਜਨਕ ਸੌਦੇ ਨੂੰ ਸਮਝ ਹੀ ਨਹੀਂ ਪਾਏ। ਅਖੀਰ ਵਿੱਚ ਉਸ ਸੌਦੇ ਨੂੰ ਇੱਕ ਮੂਲਚੰਦ ਨਾਮਕ ਜਵਾਨ ਨੇ ਸਮਝਿਆ ਅਤੇ ਉਸ ਨੇ ਪੈਸੇ ਲੈ ਕੇ ਇੱਕ ਕਾਗਜ਼ ਦੇ ਉੱਤੇ ਤੁਰੰਤ ਲਿਖ ਦਿੱਤਾ ਕਿ ਜੀਵਨ ਝੂਠ ਹੈ ਅਤੇ ਮੌਤ ਸੱਚ ਹੈ। ਫਿਰ ਗੁਰੂ ਜੀ ਨੇ ਕਾਗਜ਼ ਦਾ ਉਹ ਟੁਕੜਾ ਪੀਰ ਜੀ ਦੇ ਸਾਹਮਣੇ ਪੇਸ਼ ਕੀਤਾ ਤੇ ਕਿਹਾ, ਦੇਖੋ, ਇਹ ਗੱਲ ਉਹੀ ਲਿਖ ਸਕਦਾ ਹੈ ਜੋ ਪ੍ਰਭੂ ਦੇ ਖੌਫ ਦੇ ਵਿੱਚ ਰਹਿੰਦਾ ਹੈ। ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਰਿਸਥਿਤੀਆਂ ਵਿਅਕਤੀ ਨੂੰ ਕਦੇ-ਕਦੇ ਮਜਬੂਰ ਕਰ ਦਿੰਦੀਆਂ ਹਨ, ਜਿਸ ਦੇ ਨਾਲ ਉਹ ਗਲਤ ਸਾਬਤ ਹੋ ਜਾਂਦਾ ਹੈ। ਵਾਸਤਵ ਦੇ ਵਿੱਚ ਸਾਰੇ ਬੇਈਮਾਨ ਨਹੀਂ ਹੁੰਦੇ, ਚੰਗੇ ਮਾੜੇ ਹਰ ਪ੍ਰਕਾਰ ਦੇ ਲੋਕ ਹਰ ਇੱਕ ਸਥਾਨ ਦੇ ਉੱਤੇ ਪਾਏ ਜਾਂਦੇ ਹਨ। ਇਹੀ ਕੁਦਰਤ ਦਾ
ਵਿਧਾਨ ਹੈ। ਫਿਰ ਪੀਰ ਹਮਜ਼ਾ ਗੋਸ਼ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਕੇ ਮਾਫੀ ਮੰਗਦੇ ਹੋਏ ਕਿਹਾ ਕਿ ਤੁਸੀਂ ਮੇਰੇ ਉੱਤੇ ਬਹੁਤ ਵੱਡਾ ਉਪਕਾਰ ਕੀਤਾ ਹੈ, ਜੋ ਮੈਨੂੰ ਇਹ ਬਹੁਤ ਵੱਡੀ ਭੁੱਲ ਕਰਨ ਤੋਂ ਬਚਾ ਲਿਆ ਹੈ। ਨਹੀਂ ਤਾਂ ਕਿੰਨੇ ਨਿਰਦੋਸ਼ ਲੋਕ ਮੇਰੀ ਵਜ੍ਹਾ ਦੇ ਕਾਰਨ ਮਾਰੇ ਜਾਂਦੇ। ਫਿਰ ਗੁਰੂ ਜੀ ਨੇ ਉਸ ਨੂੰ ਨਿਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਜਵਾਨ ਮੂਲ ਚੰਦ, ਜਿਸ ਦੇ ਵਿਆਹ ਦਾ ਦਿਨ ਨਿਸ਼ਚਿਤ ਹੋ ਚੁੱਕਿਆ ਸੀ, ਉਹ ਗੁਰੂ ਜੀ ਦਾ ਅਜਿਹਾ ਭਗਤ ਬਣਿਆ ਕਿ ਉਹ ਕਹਿਣ ਲੱਗਾ, ਗੁਰੂ ਜੀ ਮੈਨੂੰ ਵੀ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਹੀ ਰੱਖੋ, ਜਿੱਥੇ ਜਾਵੋ ਮੈਨੂੰ ਵੀ ਨਾਲ ਲੈ ਕੇ ਚੱਲੋ। ਫਿਰ ਗੁਰੂ ਜੀ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਹਨਾਂ ਦੇ ਨਾਲ ਰਹਿਣ ਉੱਤੇ ਜੀਵਨ ਦੇ ਵਿੱਚ ਬਹੁਤ ਕਸ਼ਟ ਝੱਲਣੇ ਪੈ ਸਕਦੇ ਹਨ, ਕਿਉਂਕਿ ਹਰ ਸਮੇਂ ਪਰਿਸਥਿਤੀਆਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਹਨ। ਪਰ ਮੂਲ ਚੰਦ ਨਹੀਂ ਮੰਨਿਆ। ਉਹ ਕਹਿਣ ਲੱਗਾ, ਮੈਨੂੰ ਸਭ ਕੁਝ ਸਵੀਕਾਰ ਹੋਵੇਗਾ। ਫਿਰ ਉਹ ਗੁਰੂ ਜੀ ਦੇ ਨਾਲ ਚੱਲ ਪਿਆ। ਸਤਨਾਮ ਸ੍ਰੀ ਵਾਹਿਗੁਰੂ ਜੀ।